हेलो नर्सिंग ऑफिसर्स, वेलकम बैक टू आवर चैनल पंजाब नर्सिंग ऑफिसर्स। अज दी वीडियो स्टार्ट करन तो पहला मैं तुहानू एक इन्फॉर्मेशन देना चाहती हाँ कि प्रीवियस बाबा फरीदकोट यूनीवर्सिटी ऑफ हैल्थ साइंसिस ने 250 स्टाफ नर्सिस की पोस्ट कड्डियां ने, जिसकी तैयारी असी अपने चैनल के थ्रू तुहानू करावांगे। जे कोई कैंडीडेट तैयारी करना चाहता है प्लीज़ साडे चैनल नू सबसक्राइब करो, तो जेडे जेडे न्यू सबसक्राइबर ने वो प्लीज़ पिछली वीडियोज़ देख लैन, क्योंकि उन्हां विच असी ओही क्वेश्चन तुहानू ओही टॉपिक्स रिपीट करा रहे हैं जेडे प्रीवियस एग्जाम विच पूछे गए ने ते एग्जाम पॉइंट ऑफ व्यू नाल इंपोर्टेंट ने। सो चलते हैं आपां अज दे क्वेश्चन दे। So first question is, drug used in treatment of pediatric AIDS is option A procaine penicillin, option B nevirapine, option C azithromycin, option D oseltamivir। सो राइट आंसर इज नेविरापिन। हुण आपां गल करते हैं पेंसिलिन दी। पेंसिलिन इज अ बीटा लैक्टम क्लास ऑफ एंटीबायोटिक, so it is not used in AIDS। and nevirapine is used in AIDS जिस दी डोज होंदी है if baby is less than 2 kg 2 mg per kg, if baby is 2 to 2.5 kg 10 mg once daily, if baby is more than 2.5 kg then 15 mg daily once। ठीक है, ये आप 6 वीक्स तक दे सकते हैं, एक्सटेंड भी कर सकते हैं इफ़ मदर इज़ नॉट गिवन ART मोर दैन 24 वीक्स। जे मदर नू 24 वीक्स तो घट ART मिली होवे तो असी इसकी डोज नू एक्सटेंड कर सकते हैं 12 वीक्स तक। सो अजिथ्रोमाइसिन नैक्सट ऑप्शन जी सी अजिथ्रोमाइसिन इज़ एन एंटीबायोटिक जो कि ट्रीट करती है निमोनिया, ईयर इन्फेक्शन, थ्रोट इन्फेक्शन और STDs ਲਈ। नैक्सट ऑप्शन की सी साडी ओसेल्टामावीर। ओसेल्टामावीर की है? ओसेल्टामावीर एक एंटीवायरल ड्रग है ਜਿਹੜੀ कि ਆਪਾਂ यूज़ करते हैं सस्पैक्टेड और कन्फर्म अनकॉम्प्लिकेटेड केसिस ऑफ इन्फ्लुएंजा जिमें कि स्वाइन फ्लू ਲਈ। ਹੁਣ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਦੀ ਤਰਫ। ਦ ਐਕਟਿਵ ਇਨਗਰੀਡੀਐਂਟ ਆਫ ਸਾਈਡੈਕਸ ਇਜ਼ ਆਪਸ਼ਨ A ਫਾਰਮੈਲਡੀਹਾਈਡ, ਆਪਸ਼ਨ B ਡੈਟੋਲ, ਆਪਸ਼ਨ C ਸੈਵਲੋਨ, ਆਪਸ਼ਨ D ਗਲੂਟਰੈਲਡੀਹਾਈਡ। ਸੋ ਇਸ ਦਾ ਰਾਈਟ ਆਂਸਰ ਹੈ ਗਲੂਟਰੈਲਡੀਹਾਈਡ। 2% ਗਲੂਟਰੈਲਡੀਹਾਈਡ ਇਜ਼ ਯੂਜ਼ਡ ਐਜ਼ ਐਨ ਐਕਟਿਵ ਇਨਗਰੀਡੀਐਂਟ ਆਫ ਸਾਈਡੈਕਸ। ਸੋ ਜਿਹੜੀ ਫਾਰਮੈਲਡੀਹਾਈਡ ਹੈ, ਫਾਰਮੈਲਡੀਹਾਈਡ ਨੂੰ ਆਪਾਂ ਗੈਸ ਫਾਰਮ 'ਚ ਯੂਜ਼ ਕਰਦੇ ਹਾਂ, ਇਸ ਨੂੰ ਯੂਜ਼ ਕਰਦੇ ਹਾਂ ਆਪਾਂ ਫਿਊਮੀਗੇਸ਼ਨ ਲਈ। ਤੇ ਡੈਟੋਲ ਤੇ ਸੈਵਲੋਨ ਇਹ ਦੋਨੋਂ ਐਂਟੀਸੈਪਟਿਕ ਸੋਲਿਊਸ਼ਨ ਨੇ। ਇਹਦੇ ਵਿੱਚ ਇੱਕ ਕੁਐਸਚਨ ਬਣਦਾ ਹੈ ਕਿ ਡੈਟੋਲ ਦੀ ਕੰਸਨਟ੍ਰੇਸ਼ਨ ਕਿੰਨੀ ਹੁੰਦੀ ਹੈ, 1:40 ਤੇ ਸੈਵਲੋਨ ਦੀ 1:20 ਕੰਸਨਟ੍ਰੇਸ਼ਨ ਆਪਾਂ ਯੂਜ਼ ਕਰਦੇ ਹਾਂ। ਗਲੂਟਰੈਲਡੀਹਾਈਡ 2% ਆਪਾਂ ਯੂਜ਼ ਕਰਦੇ ਹਾਂ ਡਿਸਇਨਫੈਕਟਿੰਗ ਰੀਯੂਜ਼ੇਬਲ ਮੈਡੀਕਲ ਡਿਵਾਈਸਿਸ ਲਾਈਕ ਐਂਡੋਸਕੋਪ, ਸਿਸਟੋਸਕੋਪ। ਸੋ ਆਪਾਂ ਯਾਦ ਕਿਵੇਂ ਰੱਖਣਾ ਹੈ ਕਿ ਕਿਹੜੀ ਚੀਜ਼ ਕਿਸ ਦੇ ਲਈ ਯੂਜ਼ ਹੁੰਦੀ ਹੈ। ਇਸ ਦੇ ਲਈ ਆਪਾਂ ਸਿੰਪਲ ਇੱਕ ਟ੍ਰਿਕ ਯਾਦ ਰੱਖਣੀ ਹੈ, ਜਿਵੇਂ ਕਿ ਡਿਸਪੋਜ਼ੇਬਲ ਆਈਟਮ ਨੇ, ਜਿਵੇਂ ਕਿ ਸਰਿੰਜਿਸ, ਗਲਵਸ, ਕੈਥੇਟਰ, ਇੰਸਟਰੂਮੈਂਟ ਜਿਹੜੀਆਂ ਵੀ ਡਿਸਪੋਜ਼ੇਬਲ ਨੇ, ਇਹਨਾਂ ਨੂੰ ਆਪਾਂ ਗਾਮਾ ਰੇਡੀਏਸ਼ਨ ਜਾਂ ਇਥਾਈਲਿਨ ਆਕਸਾਈਡ ਨਾਲ ਸਟਰਲਾਈਜ਼ ਕਰਦੇ ਹਾਂ। ਤੇ ਜਿਹੜੀਆਂ ਮੈਟਲ ਇੰਸਟਰੂਮੈਂਟ ਨੇ, ਜਿਵੇਂ ਕਿ ਆਪਣੇ OT ਦੇ ਇੰਸਟਰੂਮੈਂਟ ਹੋ ਗਏ, ਠੀਕ ਹੈ, ਡਿਲੀਵਰੀ ਲਈ ਇੰਸਟਰੂਮੈਂਟ ਜੋ ਯੂਜ਼ ਹੁੰਦੇ ਨੇ ਉਹਨਾਂ ਨੂੰ ਆਪਾਂ ਆਟੋਕਲੇਵਿੰਗ ਕਰਦੇ ਹਾਂ। ਤੇ ਜਿਹੜੇ ਰਬੜ ਇੰਸਟਰੂਮੈਂਟ ਹੈ ਉਹਨਾਂ ਨੂੰ ਆਪਾਂ 2% ਗਲੂਟਰੈਲਡੀਹਾਈਡ ਜਾਂ ਸਾਈਡੈਕਸ ਯੂਜ਼ ਕਰਦੇ ਹਾਂ, ਜਿਵੇਂ ਕਿ ਆਪਣੇ ਐਂਡੋਸਕੋਪ, ਆਟੋਸਕੋਪ, ਸਿਸਟੋਸਕੋਪ ਵਗੈਰਾ ਹੋ ਗਏ। ਆਪਾਂ ਗਲੂਟਰੈਲਡੀਹਾਈਡ ਨੂੰ ਯੂਜ਼ ਕਿਵੇਂ ਕਰਦੇ ਹਾਂ? ਅਸੀਂ ਇੰਸਟਰੂਮੈਂਟ ਨੂੰ ਸੋਕ ਕਰਦੇ ਹਾਂ 12 ਮਿੰਟਸ ਲਈ 20 ਡਿਗਰੀ ਸੈਲਸੀਅਸ ਤੇ। ਜਿਸ ਤੋਂ ਬਾਅਦ ਜਦੋਂ ਵੀ ਇੰਸਟਰੂਮੈਂਟ ਆਪਾਂ ਯੂਜ਼ ਕਰਨੀ ਹੈ ਤਾਂ ਆਪਾਂ ਉਹਨੂੰ ਸਟਰਾਈਲ ਵਾਟਰ ਦੇ ਨਾਲ ਰਿੰਸ ਕਰਨਾ ਹੈ, ਉਸ ਤੋਂ ਬਾਅਦ ਯੂਜ਼ ਕਰਨਾ ਹੈ, ਕਿਉਂਕਿ ਇਹ ਇਰੀਟੇਟ ਕਰਦਾ ਹੈ ਆਪਣੀ ਸਕਿਨ ਨੂੰ ਤੇ ਮਿਕੋਜ਼ਾ ਨੂੰ। ਤੇ ਸਾਈਡੈਕਸ ਸੋਲਿਊਸ਼ਨ ਆਪਾਂ ਕਿੰਨੇ ਦਿਨ ਲਈ ਯੂਜ਼ ਕਰ ਸਕਦੇ ਹਾਂ? ਸਾਈਡੈਕਸ ਸੋਲਿਊਸ਼ਨ ਆਪਾਂ 14 ਡੇਜ਼ ਲਈ ਯੂਜ਼ ਕਰ ਸਕਦੇ ਹਾਂ। ਹੁਣ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਦੀ ਤਰਫ। So next question is, which of the following anti-tubercle drug is not given in pregnancy? Option A streptomycin, option B INH, option C thiambutal, option D rifampicin। So right answer is streptomycin, because streptomycin can cross the placental barrier, so it can cause fetal ototoxicity। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ streptomycin ਦਾ ਮੇਜਰ ਸਾਈਡ ਇਫੈਕਟ ਹੈ ototoxicity। ਸੋ ਇਹ ਮਦਰ 'ਚ ਵੀ ototoxicity ਕਰ ਸਕਦਾ ਹੈ ਤੇ ਫਿਟਸ 'ਚ ਵੀ। ਹੁਣ ਚੱਲਦੇ ਹਾਂ ਆਪਾਂ ਨੈਕਸਟ ਆਪਸ਼ਨ ਦੇ ਬਾਰੇ ਥੋੜ੍ਹਾ ਡਿਸਕਸ ਕਰਦੇ ਹਾਂ, ਜਿਵੇਂ ਕਿ ਨੈਕਸਟ ਆਪਸ਼ਨ ਸੀ INH ਸਟੈਂਡ ਫੋਰ ਆਈਸੋਨੀਆਜ਼ਿਡ। ਇਟ ਇਜ਼ ਐਨ ਫਸਟ ਲਾਈਨ ਟਿਊਬਰਕਲਿਨ ਡਰਗ। ਸੋ ਇਹਦਾ ਮੇਜਰ ਸਾਈਡ ਇਫੈਕਟ ਕੀ ਹੈ? ਪੈਰੀਫਰਲ ਨਿਊਰਾਈਟਸ। ਸੋ ਇਸ ਸਾਈਡ ਇਫੈਕਟ ਨੂੰ ਘੱਟ ਕਰਨ ਲਈ ਆਪਾਂ ਕੀ ਦਿੰਦੇ ਹਾਂ? ਪਾਈਡੋਕਸਿਨ ਔਰ ਵਿਟਾਮਿਨ B6। ਸੋ ਆਪਾਂ ਸਾਰਿਆਂ ਨੇ ਯਾਦ ਰੱਖਣਾ ਹੈ ਕਿ ਆਈਸੋਨੀਆਜ਼ਿਡ ਦੇ ਨਾਲ ਆਪਾਂ ਪਾਈਡੋਕਸਿਨ B6 ਦਿੰਦੇ ਹਾਂ, ਠੀਕ ਹੈ। ਇਹ ਪ੍ਰੀਵੀਅਸ ਐਗਜ਼ਾਮ ਵਿੱਚ ਪੁੱਛਿਆ ਗਿਆ ਸੀ, ਪੋਸਟ ਬੇਸਿਕ 2020। ਨੈਕਸਟ ਆਪਸ਼ਨ ਕੀ ਸੀ ਸਾਡੀ?
ਇਥਾਂਬੂਟੋਲ। ਇਥਾਂਬੂਟੋਲ ਇਜ਼ ਅ ਫਸਟ ਲਾਈਨ ਬੈਕਟੀਰੀਓਸਟੈਟਿਕ ਡਰਗ। ਬਾਕੀ ਸਾਰੀਆਂ ਡਰੱਗਸ ਜਿਵੇਂ ਕਿ ਸਟ੍ਰੈਪਟੋਮਾਈਸਿਨ, ਆਇਸੋਨੀਆਜ਼ਿਡ, ਰਿਫੈਂਪਿਸਿਨ, ਪਾਇਰਾਜ਼ਿਨਾਮਾਈਡ, ਇਹ ਸਾਰੀਆਂ ਬੈਕਟੀਰੀਓਸਾਈਡਲ ਨੇ ਤੇ ਸਿਰਫ ਇੱਕ ਇਥਾਂਬੂਟੋਲ ਹੈ ਜਿਹੜੀ ਕਿ ਬੈਕਟੀਰੀਓਸਟੈਟਿਕ ਡਰਗ ਹੈ। ਤੇ ਇਥਾਂਬੂਟੋਲ ਦਾ ਮੇਜਰ ਸਾਈਡ ਇਫੈਕਟ ਕੀ ਹੈ? ਆਪਟਿਕ ਨਿਊਰਾਈਟਿਸ। ਨੈਕਸਟ ਆਪਸ਼ਨ ਕੀ ਸੀ ਸਾਡੀ? ਰਿਫੈਂਪਿਸਿਨ। ਰਿਫੈਂਪਿਸਿਨ ਇਜ਼ ਅ ਫਸਟ ਲਾਈਨ ਬੈਕਟੀਰੀਓਸਾਈਡਲ ਡਰਗ, ਜਿਸ ਨੂੰ ਆਪਾਂ ਐਮਟੀ ਸਟਮਕ ਦਿੰਦੇ ਹਾਂ ਕਿਉਂਕਿ ਅਗਰ ਅਸੀਂ ਇਹਨੂੰ ਵਿਦ ਫੂਡ ਦਈਏ ਤਾਂ ਇਹਦੀ ਐਬਜ਼ੋਰਪਸ਼ਨ ਡਿਕਰੀਜ਼ ਹੋ ਸਕਦੀ ਹੈ। ਤੇ ਰਿਫੈਂਪਿਸਿਨ ਦਾ ਇੱਕ ਮੇਜਰ ਸਾਈਡ ਇਫੈਕਟ ਹੈ ਰੈੱਡ ਔਰੇਂਜ ਕਲਰ ਯੂਰਿਨ। ਸੋ ਜਦੋਂ ਵੀ ਤੁਹਾਡੇ ਕੋਲ ਪੇਸ਼ੈਂਟ ਆਉਂਦਾ ਹੈ ਕਿ ਮੈਨੂੰ ਰੈੱਡ ਜਾਂ ਔਰੇਂਜ ਕਲਰ ਯੂਰਿਨ ਆ ਰਿਹਾ ਤਾਂ ਪੇਸ਼ੈਂਟ ਨੂੰ ਸਮਝਾਉਣਾ ਹੈ ਇਟ ਇਜ਼ ਨੋਰਮਲ, ਬਿਕੋਜ਼ ਇਹ ਆਪਣੇ ਆਪ ਹੀ ਜਦੋਂ ਵੀ ਆਪਾਂ ਡਰਗ ਸਟੋਪ ਕਰਾਂਗੇ ਤੇ ਆਪਣੇ ਆਪ ਹੀ ਇਹ ਬੰਦ ਹੋ ਜਾਏਗਾ। ਨੈਕਸਟ ਇੱਕ ਹੋਰ ਡਰਗ ਯੂਜ਼ ਹੁੰਦੀ ਹੈ ਪਾਇਰਾਜ਼ਿਨਾਮਾਈਡ, ਉਹ ਵੀ ਫਸਟ ਲਾਈਨ ਬੈਕਟੀਰੀਓਸਾਈਡਲ ਡਰਗ ਹੈ ਜਿਸ ਦਾ ਮੇਜਰ ਸਾਈਡ ਇਫੈਕਟ ਹੈਪੈਟੋਟੌਕਸਿਸਿਟੀ ਹੈ। ਹੁਣ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਦੀ ਤਰਫ। ਹੈਪੇਟਾਈਟਸ ਵਾਇਰਸ ਦੈਟ ਸਪਰੈਡ ਬਾਏ ਫੀਕੋ ਓਰਲ ਰੂਟ। ऑप्शन ए हेपेटाइटिस ए, ऑप्शन बी हेपेटाइटिस बी, ऑप्शन सी हेपेटाइटिस सी, ऑप्शन डी हेपेटाइटिस डी। सो ਆਪਾਂ ਸਾਰਿਆਂ ਨੂੰ ਪਤਾ ਹੈ ਕਿ ਹੈਪੇਟਾਈਟਿਸ ਏ ਸਪਰੈਡ ਹੁੰਦਾ ਫੀਕੋ ਓਰਲ ਰੂਟ ਦੇ ਨਾਲ ਤੇ ਬਾਕੀ ਜਿਹੜੇ ਹੈਪੇਟਾਈਟਿਸ ਬੀ, ਸੀ, ਡੀ ਨੇ ਇਹ ਹੁੰਦੇ ਆ ਬਲੱਡ ਬੋਰਨ। ਤੇ ਹੈਪੇਟਾਈਟਿਸ ਏ ਤੇ ਈ ਦੋਨੋਂ ਹੀ ਫੀਕੋ ਓਰਲ ਰੂਟ ਦੇ ਨਾਲ ਟ੍ਰਾਂਸਫਰ ਹੁੰਦੇ ਨੇ। ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਦੀ ਤਰਫ। ਦ ਮੋਸਟ ਕਾਮਨ ਸਾਈਡ ਇਫੈਕਟ ਆਫ IUCD ਇੰਸਰਸ਼ਨ ਇਜ਼ ऑप्शन ए ब्लीडिंग, ऑप्शन बी पेन, ऑप्शन सी pelvic infection, ऑप्शन डी ectopic pregnancy। सो IUD स्टैंड फॉर इंट्रायूटराइन कॉन्ट्रासेप्टिव डिवाइस, जिमें कि कॉपर टी। सो ਇਹਦਾ कॉपर टी ਦਾ ਮੋਸਟ ਕਾਮਨ ਸਾਈਡ ਇਫੈਕਟ ਕੀ ਹੈ? ਬਲੀਡਿੰਗ। ਇਹ ਕੁਐਸਚਨ ਪ੍ਰੀਵੀਅਸ ਪੋਸਟ ਬੇਸਿਕ ਐਗਜ਼ਾਮ ਵਿੱਚ ਪੁੱਛਿਆ ਗਿਆ ਸੀ, ਸੋ ਯਾਦ ਰੱਖਣਾ ਇਸ ਨੂੰ। ਕਾਪਰ ਟੀ ਦਾ ਮੋਸਟ ਕਾਮਨ ਸਾਈਡ ਇਫੈਕਟ ਹੈ ਬਲੀਡਿੰਗ। ਇਨ ਕਰੰਟ ਸਿਨੈਰੀਓ ਕਾਪਰ ਟੀ 380A ਯੂਜ਼ ਹੁੰਦੀ ਹੈ ਜਿਹੜੀ ਕਿ ਇਫੈਕਟਿਵ ਫॉर 10 ਇਅਰਸ ਹੁੰਦੀ ਹੈ। 380A effective for 10 years. Next question is cardinal sign for inflammation are all except. So focus on the point except. ऑप्शन ए पेन, ऑप्शन बी रेडनेस, ऑप्शन सी swelling, ऑप्शन डी ਹਾਈਪੋਥਰਮੀਆ। ਸੋ ਕਾਰਡੀਨਲ ਸਾਈਨ ਕੀ ਹੈ? ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਥੇ ਵੀ ਇਨਫਲੇਮੇਸ਼ਨ ਹੋਏਗੀ ਉੱਥੇ ਪੇਨ ਹੋਏਗੀ, ਰੈਡਨੈਸ ਹੋਏਗੀ, ਸਵੈਲਿੰਗ ਹੋਏਗੀ, ਪੇਸ਼ੈਂਟ ਨੂੰ ਫੀਵਰ ਹੋਏਗਾ। ਸੋ ਇਹਦੇ ਵਿੱਚੋਂ ਕਿਹੜੀ ਆਪਸ਼ਨ ਗਲਤ ਹੈ? ਹਾਈਪੋਥਰਮੀਆ। ਹਾਈਪੋਥਰਮੀਆ ਇਜ਼ ਕਿ ਟੈਂਪਰੇਚਰ ਲੋਅਰ ਦੈਨ ਦਾ ਨਾਰਮਲ। ਸੋ ਹਾਈਪੋਥਰਮੀਆ ਨਹੀਂ ਹੋਏਗਾ, ਹਾਈਪਰਥਰਮੀਆ ਹੋਏਗਾ ਪੇਸ਼ੈਂਟ ਨੂੰ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਕੋਪਲਿਕ ਸਪੋਟ ਸਿੰਪਟਮ ਇਜ਼ ਐਸੋਸੀਏਟਡ ਵਿਦ ऑप्शन ए मीजल्स, ऑप्शन बी डिप्थीरिया, ऑप्शन सी चिकन पॉक्स, ऑप्शन डी परट्यूसिस। इसका राइट ऑप्शन है मीजल्स। मीजल्स ਨੂੰ ਆਪਾਂ ਹੋਰ ਕੀ ਕਹਿੰਦੇ ਆ? ਰੂਬੀਓਲਾ। ਇਹ ਯਾਦ ਰੱਖਣਾ मीजल्स ਦਾ ਅਦਰ ਨੇਮ ਕੀ ਹੈ? ਰੂਬੀਓਲਾ। ਕੋਪਲਿਕ ਸਪੋਟ ਚ ਹੁੰਦਾ ਕੀ ਹੈ? ਕੋਪਲਿਕ ਸਪੋਟ ਚ ਰੈਡ ਸਪੋਟਸ ਹੁੰਦੇ ਨੇ ਜਿਨ੍ਹਾਂ ਦੇ ਵਾਈਟ ਸੈਂਟਰ ਲੋਕੇਟਡ ਐਟ ਦਾ ਬਕਲ ਮਿਕੋਜ਼ਾ। मीजल्स ਇਜ਼ ਕਾਜ਼ਡ ਬਾਈ ਪੈਰਾਮੌਕਸੀ ਵਾਇਰਸ। मीजल्स ਚ ਇੱਕ ਹੋਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਇਸ ਦੀ ਇਨਫੈਕਟਿਵ ਸਟੇਜ ਕਿਹੜੀ ਹੁੰਦੀ ਹੈ? ਕਮਿਊਨੀਕੇਬਲ ਪੀਰੀਅਡ। ਸੋ ਪ੍ਰੋਡਰੋਮਲ ਸਟੇਜ ਚ ਮੀਜ਼ਲ ਮੋਸਟ ਕਮਿਊਨੀਕੇਬਲ ਹੁੰਦਾ ਹੈ ਜਿਸ ਵਿੱਚ 4 days ਬਿਫੋਰ ਐਂਡ 5 days ਆਫਟਰ ਰੈਸ਼ ਅਪੀਅਰ ਔਨ ਦਾ ਬੋਡੀ। ਸੋ ਜਿਵੇਂ ਕੋਈ ਪੇਸ਼ੈਂਟ ਹੈ ਜਿਸ ਨੂੰ ਮੀਜ਼ਲਸ ਹੈ ਉਹ ਪਹਿਲਾਂ ਵੀ ਇਨਫੈਕਸ਼ਨ ਸਪਰੈਡ ਕਰ ਸਕਦਾ ਹੈ ਰੈਸ਼ ਦੇ ਅਪੀਅਰ ਹੋਣ ਤੋਂ ਪਹਿਲਾਂ। ਨੈਕਸਟ ਆਪਸ਼ਨ ਕੀ ਸੀ ਸਾਡੀ? ਡਿਪਥੀਰੀਆ। ਡਿਪਥੀਰੀਆ ਇਜ਼ ਕਾਜ਼ਡ ਬਾਈ ਕੋਰਨੀਬੈਕਟੀਰੀਅਮ ਡਿਪਥੀਰੀਆ। ਇਸ ਦੇ ਲਈ ਮੈਂ ਤੁਹਾਨੂੰ ਇੱਕ ਕੱਲ ਟੈਸਟ ਦੱਸਿਆ ਸੀ ਜੋ ਕਿ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ। ਆਪਸ਼ਨ ਸੀ ਕੀ ਸੀ? ਚਿਕਨ ਪੌਕਸ। ਚਿਕਨ ਪੌਕਸ ਇਜ਼ ਕਾਜ਼ਡ ਬਾਈ ਬੈਰੀਸਿਲਾ ਯੂਸਟਰ ਵਾਇਰਸ ਜੋ ਕਿ ਡਾਇਰੈਕਟ ਡ੍ਰੌਪਲੇਟ ਟ੍ਰਾਂਸਮਿਸ਼ਨ ਔਰ 에ਅਰਬੋਰਨ ਟ੍ਰਾਂਸਮਿਸ਼ਨ ਹੁੰਦੀ ਹੈ। ਇਸ ਦਾ ਇਨਕੂਬੇਸ਼ਨ ਪੀਰੀਅਡ ਕਿੰਨਾ ਹੁੰਦਾ ਹੈ ਚਿਕਨ ਪੌਕਸ ਦਾ? 13 to 17 days। ਚਿਕਨ ਪੌਕਸ 'ਚ ਇੱਕ ਸਪੈਸੀਫਿਕ ਫੀਚਰ ਹੁੰਦਾ ਲਿਓਮੋਰਫਿਜ਼ਮ। ਸਾਰਿਆਂ ਨੇ ਯਾਦ ਰੱਖਣਾ ਇਹ ਵੀ ਕੁਐਸਚਨ ਐਗਜ਼ਾਮ 'ਚ ਪੁੱਛਿਆ ਗਿਆ ਹੈ। ਲਿਓਮੋਰਫਿਜ਼ਮ। ਲਿਓਮੋਰਫਿਜ਼ਮ 'ਚ ਕੀ ਹੁੰਦਾ ਹੈ ਕਿ ਜੋ ਰੈਸ਼ ਦੀ ਸਾਰੀ ਸਟੇਜਸ ਹੈ ਨਾ ਆਪਾਂ ਇੱਕ ਜਗ੍ਹਾ ਤੇ ਦੇਖ ਸਕਦੇ ਹਾਂ। ਠੀਕ ਹੈ, ਮੈਕਿਊਲ, ਪੈਪਿਊਲ, ਵੈਸੀਕਲ ਆਪਾਂ ਇੱਕੋ ਪੁਆਇੰਟ ਤੇ ਦੇਖ ਸਕਦੇ ਹਾਂ। ਚਿਕਨ ਪੌਕਸ ਦੀ ਜੋ ਰੈਸ਼ ਹੁੰਦੇ ਆ ਉਹ ਫਰਸਟਲੀ ਟਰੰਕ ਤੇ ਅਪੀਅਰ ਹੁੰਦੇ ਆ, ਦੈਨ ਉਹ ਸਪਰੈਡ ਹੁੰਦੇ ਆ ਅਦਰ ਬੋਡੀ ਨੂੰ, ਫੇਸ ਨੂੰ, ਲੈਗਸ ਨੂੰ। ਠੀਕ ਹੈ, ਤੇ ਜਿਹੜਾ ਮੀਜ਼ਲਸ ਹੈ, ਮੀਜ਼ਲਸ ਦੇ ਜਿਹੜੇ ਰੈਸ਼ਿਸ ਹੁੰਦੇ ਆ ਉਹ ਫਰਸਟਲੀ ਅਪੀਅਰ ਔਨ ਫੇਸ ਬਿਹਾਈਂਡ ਦਾ ਈਅਰ। ਨੈਕਸਟ ਆਪਸ਼ਨ ਸੀਗੀ ਸਾਡੀ ਪਰਟਿਊਸਿਸ। ਪਰਟਿਊਸਿਸ ਕੀ ਹੈ? ਪਰਟਿਊਸਿਸ ਕਾਜ਼ਡ ਬਾय ਬੋਰਡੇਲਾ ਪਰਟਿਊਸਿਸ। ਇਟ ਇਜ਼ ਆਲਸੋ ਕਾਲਡ ਐਜ਼ ਵੂਪਿੰਗ ਕਫ। ਇਹਨੂੰ ਵੂਪਿੰਗ ਕਫ ਕਿਉਂ ਕਹਿੰਦੇ ਆ? ਕਿਉਂਕਿ ਕਈ ਵਾਰ ਕੀ ਹੁੰਦਾ ਜਦੋਂ ਪੇਸ਼ੈਂਟ ਕਫ ਕਰਦਾ ਹੈ ਤਾਂ ਇੱਕ ਵੂਪ ਸਾਊਂਡ ਆਉਂਦੀ ਹੈ, ਵੂਪਿੰਗ ਸਾਊਂਡ ਆਉਂਦੀ ਹੈ ਜਦੋਂ ਪੇਸ਼ੈਂਟ ਏਅਰ ਗ੍ਰਾਸਪ ਕਰਨ ਦੀ ਕੋਸ਼ਿਸ਼ ਕਰਦਾ ਹੈ ਆਫਟਰ ਕਫ। ਸੋ ਇਹ ਸੀ ਅੱਜ ਦੇ ਕੁਐਸਚਨ। ਇੱਦਾਂ ਦੇ ਹੋਰ ਕੁਐਸਚਨ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ।